कित्थे वो पंथ सी भी कोदे साडी दिख सी एक अकाली दल दी भी ओहदे नीली पगड़ी बन्नी है, गल दे विच सरोपा पाया, श्री साहब उपर दी पाई है, हत्थ दे विच वड्डी किरपान फड़ी है। ये साडी अकाली होण दी दिख सी। इन्हां ने जी उस गल नूं सारिआं नूं तजांदरी दे के सरदार सुखबीर सिंह बादल साहब ने ये गल नूं परे करके अपने तौर दे उत्ते अकाली दल दे जिहड़े सारे नियम सी उन्हां नूं त्याग के पंजाबी पार्टी दे विच मोगे दी जिहड़ी वड्डी रैली कीती सी उहदे विच उहनूं तब्दील कर दित्ता। श्रोमणी अकाली दल दीआं जदों भी किते कोई स्टेजां लगदियां सी, असीं वोटां वास्ते स्टेजां लाउंदे जां असीं कोई समागम करदे तां साडा इह सी भी उत्थे ढाडी आउंदे सी, ढाडी गाउंदे सी, ढाडी वारां सुणाउंदे सी, लोक उहनां नूं सुणदे सी, ओह पंथ दी गल करदे सी, श्रोमणी अकाली दल दी गल करदे सी। पर जदों इन्हां दे हत्थ दे विच बांग डोर आई फिर अकाली दल दा खासा बदलना शुरू हो गया। साडियां स्टेजां दे उत्ते गाउण वाले आ गए, नचार आउणे शुरू हो गए, नकलीए भंड ये आउणे शुरू हो गए। तो जे असीं किते गल करदे सी सानूं ये गल कहिंदे सी भी लोकां दा जिहड़ा टेस्ट आ ओह बदल गया। असल दे विच लोकां दा टेस्ट नहीं सी बदलिया, ये लोकां नूं भरमा के लोकां तो वोटां बटोरदे सी, पंथ दे नां दे उत्ते वोटां बटोरदे सी। इस करके इन्हां ने सारा कुछ अपनाया। सो जिहड़ी पार्टी इंनियां कुर्बानियां दे नाल बणी सी ਉਹ सरदार प्रकाश सिंह जी बादल जिन्हां नूं पंजाब दी सियासत दा धनंतर कहंदे ने, बाबा बोड़ कहंदे ने, उन्हां ने अपने पुत्तर मोह दे विच फस के अपने पुत्तर नूं इस श्रोमणी अकाली दल दी बांग डोर सारे श्रोमणी अकाली दल दे जिहड़े सीनियर आगू सी सुखदेव सिंह ढींडसा वर्गे ते ब्रह्मपुरा साहब वर्गे उन्हां नूं दरकिनार करके इन्हां ने उन्हां नूं बांग डोर सी जिहड़ी पार्टी दी समा दित्ती। जे कदे गुरचरण सिंह टौड़ा ने कहा भी तुसीं पार्टी प्रधान दा जिहड़ा है वो जाबते तो बाहर हुंदा है, ਜਿਹੜਾ ਮੁੱਖ ਮੰਤਰੀ ਉਹਦੇ ਤੇ ਜਾਬਤਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨਗੀ ਬਾਲ ਸਾਹਿਬ ਕਿਸੇ ਨੂੰ ਹੋਰ ਦੇ ਦਿਓ। ਫਿਰ ਜੋ ਟੌੜਾ ਸਾਹਿਬ ਦਾ ਹਸਰ ਹੋਇਆ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਹੁਤ ਰੱਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਦੇ ਮੂੰਹ ਸੜ ਦਿੱਤਾ। ਪਰ ਸਾਡੇ ਪਾਰਟੀ ਪ੍ਰਧਾਨ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬੇਅਦਬੀ ਹੋ ਗਈ, ਮਹਾਰਾਜ ਦੇ ਅੰਗ ਅੰਗ ਖਿਲਾਰ ਦਿੱਤੇ ਪਾੜ ਕੇ, ਸਾਡੇ ਪਾਰਟੀ ਪ੍ਰਧਾਨ ਨੇ ਉਹਦੀ ਮਾफ़ी ਮੰਗਣ ਵਾਸਤੇ ਜਲਾਓ ਕੀਤਾ ਵੀ ਸਾਰਿਆਂ ਨੂੰ ਉੱਥੇ ਲੈ ਕੇ ਇਕੱਠੇ ਕਰਕੇ ਵੜ ਗਿਆ ਵੀ ਅਸੀਂ ਆਪੇ ਹੀ ਮਾफ़ी ਮੰਗ ਲਈ, ਕਿਸੇ ਤੋਂ ਕੋਈ ਅਕਾਲ ਤਖਤ ਦੀ ਕੋਈ ਲੋੜ ਨਹੀਂ ਹੈ ਪੁੱਛਣ ਦੀ, ਕੋਈ ਪੇਸ਼ ਨਹੀਂ ਹੋਇਆ, ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਨੋਟਿਸ ਲਿਆ, ਆਪੇ ਜਾ ਕੇ ਜੁੱਤੀਆਂ ਝਾੜਦੇ ਰਹੇ। ਤੁਹਾਡੇ ਮੀਡੀਆ ਦੇ ਵਿੱਚ ਇਹ ਵੀ ਆਉਂਦਾ ਰਿਹਾ ਵੀ ਉਹਨਾਂ ਨੇ ਜਿਹੜੇ ਸੀ ਕਿਸੇ ਦੇ ਵਾਈਟ ਬੂਟਾਂ ਦੇ ਉੱਤੇ ਵੀ ਪਾਲਸ ਕਰ ਦਿੱਤੀ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਬਹੁਤ ਮਾਣਯੋਗ ਮੇਰੇ ਭੈਣਾਂ ਸਮਾਨ ਬੀਬਾ ਹਰਸਿਮਰਤ ਕੌਰ ਜੀ ਬਾਦਲ, ਉਹ ਦੇਖੋ ਕਿਵੇਂ ਲੋਕ ਨੂੰ ਰਾਮ ਖਿਲਾਉਣਾ ਜਾਣਾ ਵੀ ਪਰਮੇਸ਼ਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਖਿਲਾਉਣਾ ਜਾਣਦੇ ਨੇ। ਉੱਥੇ ਖੜ੍ਹ ਕੇ ਕਹਿੰਦੇ ਨੇ ਪ੍ਰਕਾਰਾਂ ਦੇ ਵਿੱਚ ਜਿਹਨੇ ਬੇਅਦਬੀ ਕਰਾਈ, ਜਿਹਨੇ ਬੇਅਦਬੀ ਤੇ ਰਾਜਨੀਤੀ ਕੀਤੀ ਉਹਨਾਂ ਦਾ ਕੱਖ ਨਾ ਰਹੇ। ਤੇ ਗੁਰੂ ਰਾਮਦਾਸ ਮਹਾਰਾਜ ਹਰ ਸਮੇਂ ਸਿੱਖ ਦੀ ਅਰਦਾਸ ਸੁਣਦੇ ਆ, ਉਹਨਾਂ ਦੀ ਉਹ ਅਰਦਾਸ ਸੁਣੀ ਤੇ ਇਸ ਵੇਲੇ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾ, ਸ਼੍ਰੋਮਣੀ ਅਕਾਲੀ ਦਲ ਨੂੰ ਕੱਖ ਨਹੀਂ ਹੋਇਆ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਹੁਣ ਵੀ ਡਟ ਕੇ ਖੜ੍ਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਉਹਨਾਂ ਦਾ ਕੱਖ ਨਹੀਂ ਰਿਹਾ। ਇਹ ਜਿਹੜੀ ਝੂਠ ਦੀ ਰਾਜਨੀਤੀ ਕਰਦੇ ਸੀ ਉਹਦੇ ਸਾਰੇ ਸਾਨੂੰ ਖਮਿਆਜੇ ਭੁਗਤਣੇ ਪੈ ਰਹੇ ਆ। ਮੈਂ ਸਿੰਘ ਸਾਹਿਬ ਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਨੂੰ ਬਿਲਕੁਲ ਕੰਡੈਮ ਕਰਦਾ। ਉਹਨਾਂ ਨੂੰ ਇਹ ਕਦੀ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਸੀ। ਇਹਨਾਂ ਨੇ ਸਰਸੇ ਵਾਲੇ ਦੀ ਮਦਦ ਵੀ ਲਈ, ਉਹ ਵੀ ਇਹਨਾਂ ਦੀ ਚਲੀ ਗਈ। ਬਾਬਾ ਹਰਨਾਮ ਸਿੰਘ ਧੁੰਮੇ ਨੇ ਵੀ ਬਹੁਤ ਵੱਡੇ ਇਕੱਠ ਕੀਤੇ, ਉਹਨਾਂ ਨੇ ਲੋਕਾਂ ਤੋਂ ਕਿੰਨੀ ਤੂੰ ਕਰਵਾਈ ਆ ਉਹ ਜਵਾਬ ਲੈਂਦਾ। ਹਰ ਇੱਕ ਬੰਦਾ ਸਮਝਦਾ ਵੀ ਮੈਂ ਕਹਿਣਾ ਕੀ ਆ, ਮੇਰੇ ਮਨ ਦੇ ਵਿੱਚ ਕੀ ਹੈ। ਇਹਨਾਂ ਦੇ ਜਿਹੜੇ ਝੂਠ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਉਹਨਾਂ ਨੂੰ ਲੈ ਕੇ ਡੁੱਬ ਗਏ ਨੇ। ਵੀ ਅੱਜ ਕੋਰ ਕਮੇਟੀ ਦੀ ਮੀਟਿੰਗ ਵੀ ਹੋ ਰਹੀ ਹੈ, ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਅਸਤੀਫੇ ਦਾ ਢਕਵੰਜ ਨਾ ਕਰਨ, ਕਿਉਂਕਿ ਕਈ ਵਾਰੀ ਅਸੀਂ ਬੰਦਿਆਂ ਨੂੰ ਤਿਆਰ ਕਰਕੇ ਲੈ ਜਾਂਦੇ ਹਾਂ ਵੀ ਮੈਂ ਅਸਤੀਫਾ ਦਿਓ, ਤੁਸੀਂ ਰੌਲਾ ਪਾ ਰਹੇ ਹੋ ਵੀ ਨਹੀਂ ਜੀ ਤੁਹਾਡੇ ਬਿਨਾਂ ਨਹੀਂ ਚੱਲਣਾ। ਇਹ ਐਸਾ ਵੀ ਅੱਜ ਵਾਪਰ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਵੀ ਅਕਾਲੀ ਹਾਂ, ਕੋਈ ਇਹਨਾਂ ਦੇ ਪਿਓ ਦਾ ਨਹੀਂ ਖਰੀਦਿਆ ਹੋਇਆ ਅਕਾਲੀ ਦਲ, ਅਸੀਂ ਵੀ ਕੁਰਬਾਨੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਅਸੀਂ ਕੋਈ ਅਲਾਉਂਸ ਕੋਈ ਅਸੀਂ TADA ਨਹੀਂ ਲੈਂਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ। ਇਹ ਲੋਕ ਨੇ ਯਾਰ ਜਿਨ੍ਹਾਂ ਨੇ ਕੋਈ ਆਮ ਘਰਾਂ ਤੋਂ ਸ਼ੁਰੂ ਹੋ ਕੇ ਕਰੋੜਾਂ ਅਰਬਾਂ ਰੁਪਏ ਦੀ ਪ੍ਰੋਪਰਟੀ ਇਹਨਾਂ ਨੇ ਬਣਾ ਲਈ ਹੈ ਜੀ, ਇਹਨਾਂ ਨੂੰ ਸੰਗ ਹੀ ਨਹੀਂ ਆਉਂਦੀ ਹੈ, ਇਹ ਖਹਿੜਾ ਹੀ ਨਹੀਂ ਛੱਡ ਰਹੇ ਪੰਥ ਦਾ। ਸੋ ਮੇਰੀ ਬੇਨਤੀ ਹੈ ਵੀ ਜਾਂ ਤਾਂ ਇਹ ਕੰਧ 'ਤੇ ਲਿਖਿਆ ਪੜ੍ਹ ਲਏ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪਰੇ ਹੋ ਜੇ। ਸਮੇਧ ਸਿੰਘ ਸੈਣੀ ਪੂਰੇ ਸਿੱਖ ਜਗਤ ਦੇ ਵਿੱਚ ਵਿਰੋਧ ਹੋਇਆ ਵੀ ਇਹਨੂੰ ਤੁਸੀਂ DGP ਨਾ ਲਾਓ, ਇਹਨੇ ਬੜਾ ਤਸ਼ੱਦਦ ਕੀਤਾ, ਇਹਨੇ ਬੜੇ ਸਿੱਖ ਬੱਚੇ ਮਾਰੇ ਨੇ, ਉਹ ਇਹਨਾਂ ਨੇ ਲਾ ਕੇ ਰੱਖਿਆ ਕਿਉਂਕਿ ਇਹਨਾਂ ਦਾ ਖਾਸਾ ਜਿਹੜਾ ਹੈ ਉਹ ਸਿੱਖ ਨਹੀਂ ਹੈ। ਪੰਥ ਦੀ ਦੁਹਾਈ ਪਾਉਣੀ, ਅਨੰਦਪੁਰ ਸਾਹਿਬ ਦੇ ਮਤੇ ਨੂੰ ਜਿਹਦੇ ਵਿੱਚ ਲੱਖਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਕਿੰਨੇ ਲੋਕ ਉਹਦੇ ਵਿੱਚ ਸ਼ਹੀਦ ਹੋਏ, ਦਰਬਾਰ ਸਾਹਿਬ ਤੇ ਬਲੂ ਸਟਾਰ ਹੋ ਕੇ ਸਾਡੇ ਕਿੰਨੇ ਲੋਕ ਉੱਥੇ ਸ਼ਹੀਦ ਹੋ ਗਏ ਨੇ। ਉਹ ਅਨੰਦਪੁਰ ਦੇ ਮਤੇ ਦੀ ਅੱਜ ਅਸੀਂ ਕੋਈ ਗੱਲ, ਫੈਡਰਲ ਢਾਂਚੇ ਦੀ ਅੱਜ ਅਸੀਂ ਕੋਈ ਗੱਲ ਨਹੀਂ। ਮੇਰਾ ਨਾਮ ਜਥੇਦਾਰ ਬਲਦੇਵ ਸਿੰਘ ਚੁੰਗਾ ਹੈ।
मैं इस ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਮੈਂਬਰ ਹਾਂ। ਵੈਸੇ मैं अपने पिंड ਦਾ 2 ਵਾਰ लगातार सरपंच रहा, तीजी बार मैं ब्लॉक समति का मैंबर रहा, दूसरी टर्म मेरी मैंबर श्रोमणी गुरुद्वारा प्रबंधक कमेटी की है। इस पीरियड दौरान मैं मार्केट कमेटी का भदौड़ का चेयरमैन भी रहा। पिछले साल मैं बीबी जगीर कौर के नाल अंतरिंग मैंबर श्रोमणी गुरुद्वारा प्रबंधक कमेटी भी रहा। श्रोमणी अकाली दल का मैं जनरल कौंसल का मैंबर भी पिछले समय दौरान रहा। अज का जिहड़ा तुहानूं सारिਆਂ ਨੂੰ मेरा इत्थे कष्ट देण दा जिहड़ा है मकसद है वो ये है जी कि पंजाब दे विच पंजाब असैंबली दीयां चोणां होईयां ने। पंजाब दे लोकां ने सरदार भगवंत सिंह जी मान साहब नूं उन्हां दी पार्टी नूं बहुत वड्डा फतवा दिता है। मैं अपनी गल अगे वधाउण तो पहलां सरदार भगवंत सिंह जी मान नूं ते उन्हां दी समुची पार्टी नूं मुबारकबाद दिंदा ते मैं कामना भी करदा कि जो गल्लां करके वो सत्ता दे विच आए ने, जो लोकां नाल उन्हां ने वायदे कीते ने, उन्हां नूं वो पूरा करनगे। और सानूं इहदे लई साल 6 महीने लोकां नूं उड़ीकना भी चाहीदा कि पंजाब दे विच वो किस तरह दी उन्हां दी वो परफॉर्म करनगे, किहो जिहा काम करनगे। दूसरा, मैं 30 साल तो तकरीबन 30 साल हो गए मैनू मेरे राजनीतिक जीवन नूं शुरू होए नूं। इस समय दौरान मैं श्रोमणी अकाली दल दे नाल मतलब अगे लग के धड़ल्ले दे नाल काम कीता। जिथे भी मैनू साडी लोड़ पई पंथ नूं असीं उत्थे अगे हो के काम करते रहे हैं। असीं सरदार प्रकाश सिंह जी बाल साहब नूं वो श्रोमणी अकाली दल दे प्रधान सन, उन्हां दे नाल भी काम कीता। फिर सरदार सुखबीर सिंह बाल साहब प्रधान बने, असीं उन्हां दे नाल लंबे समय तो काम करते रहे हैं। और जिहड़ी सब तो वड्डी गल ये है भी काम नूं वफादारी नाल कीता है। मैं ये गल अपने धर्म नूं जाण के कह दिना बई मैं अज तक श्रोमणी अकाली दल दे बरखिलाफ कोई समझौता नहीं कीता। मैं कदे किसी नाल कोई ये नहीं कीता भी तुसीं मेरा ऐं करो तो मैं इधर उधर मैं कदी गल नहीं कीती। हुण भी असीं डट के श्रोमणी अकाली दल दे जिहड़े साडे हलका भदौड़ दे नुमाइंदे सन सरदार सतनाम सिंह जी राही, उन्हां दे नाल असीं डट के काम कीता, वर्क कीता, जो हो सकदा सी असीं ओह कीता है। परंतु जिहड़ा पंजाब दा हालात बने हुए ने इस वेले श्रोमणी अकाली दल दे वाहिगुरू श्रोमणी अकाली दल दे जो हालात इस वेले बने हुए ने वो ये ने कि जद तो सरदार सुखबीर सिंह बाल साहब ने एक कमांड संभाली है, उहदी मैं शुरुआत दी तुहाडे नाल थोड़ी गल सांझी करनी चाहुंदा। इन्हां नूं प्रधान श्रोमणी अकाली दल लाउणा सी। साडे श्रोमणी गुरुद्वारा प्रबंधक कमेटी के डॉक्टर रूप सिंह सैकटरी सन। एक निर्णय श्रोमणी अकाली दल का एक विधान है भी जिहड़ा इहदा प्रधान हुंदा है उहदा खुला दाड़ा, जिस तरह मेरे दाड़ा प्रकाश है, वो दाड़ा प्रकाश करदा है, वो नीली पीली काली पगड़ी बन्नदा है। जिस दिन श्री आनंदपुर साहब विखे मानयोग मरहूम सिंह साहब ज्ञानी मल सिंह जी उस वेले उत्थों के तख्त साहब के केसगढ़ साहब के वो जथेदार सन, तो मैनू पता इस गल का। अज बेशक कोई सज्जने गल नूं कह दे भी जथेदार मेरे बारे कह दे भी यह वैसी गल कर रहा है ये तो, पर उस वेले साडे लई समस्या बनी पई सी भी प्रधान का दाड़ा किवें खिलाया जाए। एक कहंदा सी सुखबीर सिंह बादल कहंदा सी भी मैं दाड़ा नहीं खोलना, मैं दाड़ा प्रकाश करके नहीं जाना। और उदों बाद दे विच तुसीं सारे हालात देखदे ही रहे हो भी कित्थे वो पंथ सी भी कोदे साडी दिख सी एक अकाली दल दी भी उहदे नीली पगड़ी बन्नी है, गल दे विच सरोपा पाया, श्री साहब उत्पर दी पाई है, हत्थ दे विच वड्डी किरपान फड़ी है। ये साडी अकाली होण दी दिख सी। लोग अंदाज़ा ला लैंदे सी भी अकाली दल दा प्रधान जां कोई अकाली दल दा नुमाइंदा आ रहा। इन्हां ने जी उस गल नूं सारिआं नूं तजांदली दे के सरदार सुखबीर सिंह बादल साहब ने ये गल नूं परे करके अपने तौर दे उत्ते अकाली दल दे जिहड़े सारे नियम सी उन्हां नूं त्याग के पंजाबी पार्टी दे विच मोगे दी जिहड़ी वड्डी रैली कीती सी उहदे विच उहनूं तब्दील कर दिता। श्रोमणी अकाली दल दीआं जदों भी किते कोई स्टेजां लगदियां सी, असीं वोटां वास्ते स्टेजां लाउंदे जां असीं कोई समागम करदे तां साडा ये सी भी उत्थे ढाडी आउंदे सी, ढाडी गाउंदे सी, ढाडी वारां सुणाउंदे सी, लोक उन्हां नूं सुणदे सी, वो पंथ दी गल करदे सी, श्रोमणी अकाली दल दी गल करदे सी। पर जदों इन्हां दे हत्थ दे विच बांग डोर आई फिर अकाली दल दा खासा बदलना शुरू हो गया। साड़ियाँ स्टेजां के उत्ते गाउण वाले आ गए, नचार आने शुरू हो गए, नकलीए भंड ये आने शुरू हो गए। तो जे असीं किते गल करदे सी सानूं ये गल कहंदे सी भी लोकां दा जिहड़ा टेस्ट आ वो बदल गया। असल दे विच लोकां दा टेस्ट नहीं सी बदलिया, ये लोकां नूं भरमा के लोकां तो वोटां बटोरदे सी, पंथ दे नां दे उत्ते वोटां बटोरदे सी। इस करके इन्हां ने सारा कुछ अपनाया। श्रोमणी अकाली दल
जिस पार्टी नूं बनाउण वास्ते साडे योधियां ने, क्योंकि इहदी जिहड़ी शुरुआत सी वो तां गुरुद्वारिਆਂ ਨੂੰ आज़ाद कराउण वास्ते महंतां तो गुरुद्वारिਆਂ ਦਾ प्रबंधक लैण वास्ते जिहड़ी इहदी शुरुआत होई सी। ਇਹਦੀ ਸ਼ੁਰੂਆਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਈਸਰ ਸਿੰਘ ਜੀ ਮਝੈਲ, ਲਛਮਣ ਸਿੰਘ ਜੀ ਧਾਰੋਵਾਲ ਵਰਗਿਆਂ ਨੇ 1921 ਦੇ ਵਿੱਚ ਜਿਹੜਾ ਸੀ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ, ਜਿੱਥੇ 200-250 ਸਿੰਘ ਗਿਆ, ਜਿਹੜਾ ਸਾਰੇ ਹੀ ਸ਼ਹੀਦ ਕਰ ਦਿੱਤਾ ਸੀ। ਮਹੰਤ ਨਾਰਾਇਣ ਸਿੰਘ ਨੇ ਗੰਗਸਰ ਜੈਤੋ ਦਾ ਮੋਰਚਾ ਸੀ, ਜਿਹੜਾ ਆਪਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਨੇ, ਉੱਥੋਂ ਦਾ ਮੋਰਚਾ ਸੀ ਜਿਹੜਾ। ਇਹ ਸਾਰੇ ਮੋਰਚਿਆਂ ਦੇ ਵਿੱਚ ਬੜੇ ਬੇਅੰਤ ਸਿੰਘ ਸ਼ਹੀਦ ਹੋਏ, 400-500 ਸ਼ਹੀਦੀਆਂ ਹੋਈਆਂ। बड़े लोग सी जिहड़े अपनी जायदादां तो बेदखल होए, बड़ियां ने जेलां कट्टियां, बड़ियां ने वीटी वर्गे जालम अफसरां दी घुट खाधी। श्रोमणी गुरुद्वारा प्रबंधक कमेटी होण दे विच आ गई। उस तो बाद साडे पंथक लीडरां ने सोचिया भी एक सानू सियासी पार्टी दी भी लोड़ है। उन्हां दा ओह कुर्बानियां नूं देखदे होए एक सियासी पार्टी जिहड़ा श्रोमणी अकाली दल बाद दे विच आया, पहिलां श्रोमणी गुरुद्वारा प्रबंधक कमेटी होण दे विच आई आ, ਜਿਹਦਾ ਪਿਛਲੇ ਸਾਲ ਦੇ ਵਿੱਚ ਅਸੀਂ 100 ਸਾਲਾ ਸ਼੍ਰੋਮਣੀ ਅਕਾਲੀ ਦਲ ਮਨਾ ਕੇ ਵੀ ਹਟਿਆ ਸ਼੍ਰੋਮਣੀ ਅਕਾਲੀ ਦਲ ਦਾ। ਸੋ ਜਿਹੜੀ ਪਾਰਟੀ ਇੰਨੀਆਂ ਕੁਰਬਾਨੀਆਂ ਦੇ ਨਾਲ ਬਣੀ ਸੀ, ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਧਨੰਤਰ ਕਹਿੰਦੇ ਨੇ, ਬਾਬਾ ਬੋੜ ਕਹਿੰਦੇ ਨੇ, ਉਹਨਾਂ ਨੇ ਆਪਣੇ ਪੁੱਤਰ ਮੋਹ ਦੇ ਵਿੱਚ ਫਸ ਕੇ ਆਪਣੇ ਪੁੱਤਰ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਦੀ ਬਾਂਗਡੋਰ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਸੀ, ਸੁਖਦੇਵ ਸਿੰਘ ਢੀਂਡ ਸਾਹਿਬ ਵਰਗੇ ਅਤੇ ਬ੍ਰਹਮਪੁਰਾ ਸਾਹਿਬ ਵਰਗੇ, ਉਹਨਾਂ ਨੂੰ ਦਰਕਨਾਰ ਕਰਕੇ ਇਹਨਾਂ ਨੇ ਉਹਨਾਂ ਨੂੰ ਬਾਂਗਡੋਰ ਸੀ ਜਿਹੜੀ ਪਾਰਟੀ ਦੀ ਸਮਾ ਦਿੱਤੀ। ਉਹ ਰੌਲਾ ਵੀ ਪਾਉਂਦੇ ਰਹੇ। ਉਹਦਾ ਇਹ ਨਿਕਲਿਆ ਵੀ ਉਹਨਾਂ ਨੂੰ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜੇ ਕਦੇ ਗੁਰਚਰਨ ਸਿੰਘ ਟੌੜਾ ਨੇ ਕਿਹਾ ਵੀ ਤੁਸੀਂ ਪਾਰਟੀ ਪ੍ਰਧਾਨ ਦਾ ਜਿਹੜਾ ਹੈ ਉਹ ਜਾਬਤੇ ਤੋਂ ਬਾਹਰ ਹੁੰਦਾ ਹੈ, ਜਿਹੜਾ ਮੁੱਖ ਮੰਤਰੀ ਉਹਦੇ 'ਤੇ ਜਾਬਤਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨਗੀ ਵਾਲ ਸਾਹਿਬ ਕਿਸੇ ਨੂੰ ਹੋਰ ਦੇ ਦਿਓ। ਫਿਰ ਜੋ ਟੌੜਾ ਸਾਹਿਬ ਦਾ ਹਸ਼ਰ ਹੋਇਆ, ਕੋਈ ਮੈਨੂੰ ਦੱਸਣ ਦੀ ਲੋੜ ਨਹੀਂ, ਅਤੇ ਉਹ ਤੁਸੀਂ ਸਾਰੇ ਸੱਜਣ ਜਾਣਦੇ ਹੋ। ਅਤੇ ਜਿਹੜੇ ਹੁਣ ਇਸ ਵੇਲੇ ਹਾਲਾਤ ਬਣੇ ਹੋਏ ਨੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਸੀ, ਉਸ ਪਾਰਟੀ ਦਾ ਜੇ ਹਾਲ ਹੋ ਗਿਆ ਵੀ ਸਾਡੇ ਕੋਲ ਜਿਹੜੇ 3 ਵਿਧਾਇਕ ਜਿੱਤੇ ਨੇ, ਉਹਨਾਂ ਦੀ ਆਪਣੀ ਕਾਰਗੁਜ਼ਾਰੀ ਕਹਿ ਲਈਏ ਜਾਂ ਉਹਨਾਂ ਦੇ ਕਰਮਾਂ 'ਚ ਵਾਹਿਗੁਰੂ ਨੇ ਮਾਨ ਲਿਖਿਆ ਸੀ, ਉਹ ਸਾਡੇ ਜਿਹੜੇ 3 ਵਿਧਾਇਕ ਇਸ ਵੇਲੇ ਜਿੱਤੇ ਨੇ। ਪਾਰਟੀ ਇਸ ਵੇਲੇ ਉਹਦਾ ਪਿੱਛੇ ਜਾਣ ਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਕਮਜ਼ੋਰ ਹੋਇਆ, ਨਾ ਕਦੇ ਕਮਜ਼ੋਰ ਹੋਵੇਗਾ, ਪਰ ਜਿਹੜੇ ਇਹਨੂੰ ਚਲਾਉਣ ਵਾਲੇ ਸੀ ਉਹਨਾਂ ਦੀਆਂ ਨੀਤੀਆਂ ਸਿਰਫ ਇੱਕੋ ਹੀ ਰਹਿ ਗਈਆਂ ਵੀ ਪੰਜਾਬ ਦੀ ਸੱਤਾ ਹਾਸਲ ਕਿਵੇਂ ਕਰਨੀ ਹੈ। ਜਿਸ ਬਣਾ ਦੇ ਉੱਤੇ ਪਾਰਟੀ ਦੀ ਸਥਾਪਨਾ ਹੋਈ ਸੀ ਸ਼ਹੀਦੀਆਂ ਦੇ ਉੱਤੇ, ਉਹ ਸ਼ਹੀਦੀਆਂ ਅਸੀਂ ਸਾਰੀਆਂ ਛੱਡ ਦਿੱਤੀਆਂ। ਜੇ ਅਸੀਂ ਕਦੇ ਕੋਈ ਸ਼ਤਾਬਦੀ ਦੀ ਗੱਲ ਕਰਦੇ ਹਾਂ ਤਾਂ ਮੈਂ ਦੇਖਦਾ ਹੁੰਦਾ ਵੀ ਉਹ ਸ਼ਿਸ਼ਟਾਚਾਰੀ ਹੁੰਦੀ ਹੈ। ਸਾਡੇ ਇਕੱਠਾਂ ਦੇ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂ ਨੋਟ ਕਰਦਾ ਹੁੰਦਾ ਵੀ ਸਾਡੇ ਮੁਲਾਜ਼ਮ ਬੈਠੇ ਨੇ। ਮੁਲਾਜ਼ਮ ਤਾਂ ਮੁਲਾਜ਼ਮ ਹੁੰਦਾ, ਉਹ ਜਿਹਨੂੰ ਜਿਹੜਾ ਕੋਈ ਉਹਨੂੰ ਬੁਲਾਉਂਦਾ ਉਹਨੇ ਉੱਥੇ ਆ ਜਾਣਾ ਹੁੰਦਾ। ਸੋ ਜਿਹੜੇ ਇਸ ਵੇਲੇ ਹਾਲਾਤ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਹੁਤ ਰੱਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ 'ਤੇ ਮੂੰਹ ਸੁੱਟ ਦਿੱਤਾ ਹੈ, ਉੱਥੇ ਉਸ ਤੋਂ ਵੀ ਅੱਤ ਅਫਸੋਸਨਾਕ ਜਿਹੜੀ ਗੱਲ ਇਸ ਪੀੜ ਦੌਰਾਨ ਹੋਈ ਉਹ ਇਹ ਹੋਈ ਕਿ ਸਾਡੇ ਬਹੁਤ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਤਾਂ ਹਿੰਦੁਸਤਾਨ ਲਈ ਜਾਂ ਸਟੇਟ ਦੇ ਲਈ ਜਾਂ ਪੰਜਾਬ ਦੇ ਲਈ ਬਹੁਤ ਘਾਟੇ ਵਾਲੀ ਗੱਲ ਹੈ। ਉਹਨਾਂ ਦੀ ਇਸ ਸਟੇਟਮੈਂਟ ਦੇ ਉੱਤੇ ਸਿੱਖ ਜਗਤ ਦੇ ਵਿੱਚ ਵੱਖਰੇ ਵੱਖਰੇ ਪ੍ਰਤੀਕਰਮ ਆਏ, ਕਿਉਂਕਿ ਉਹਨਾਂ ਦਾ ਮਕਸਦ ਇੱਕੋ ਸੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਬਚਾਉਣਾ। ਜੋ ਇਹ ਗੱਲ ਕਰਦੇ ਵੀ ਸਮੁੱਚਾ ਅਕਾਲੀ ਦਲ ਨੂੰ ਕਿਵੇਂ ਬਚਾਉਣਾ, ਪੰਜਾਬ ਨੂੰ ਕਿਵੇਂ ਬਚਾਉਣਾ, ਸਿੱਖੀ ਦੀ ਗੱਲ ਕੀ ਕਰਨੀ ਆ, ਫਿਰ ਸ਼ਾਇਦ ਲੋਕ ਉਹਦਾ ਜ਼ਿਆਦਾ ਪ੍ਰਤੀਕਰਮ ਨਾ ਕਰਦੇ। ਉਹਨਾਂ ਦੀ ਜਿਹੜੀ ਸਟੇਟਮੈਂਟ ਉਹ ਤੋਂ ਜ਼ਾਹਰ ਹੋ ਰਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਇਹ ਉਹਨਾਂ ਬਾਦਲ ਪਰਿਵਾਰ ਨੂੰ ਜਿਹੜੀ ਆਪਦੀ ਹੈ ਜਿਹੜੀ ਪ੍ਰੋਟੈਕਸ਼ਨ ਦੇ ਰਹੇ ਨੇ। ਉਹਦੇ ਵਾਸਤੇ ਵੀ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੰਘ ਸਾਹਿਬ ਬਹੁਤ ਵੱਡੇ ਰੁਤਬੇ 'ਤੇ ਬੈਠੇ ਆ। ਮੈਂ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਇਆ ਹੋਇਆ ਸਿੱਖ ਹਾਂ। ਮੈਂ ਸਿੰਘ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਅਤੇ ਕਰਦਾ ਵੀ ਰਹਾਂਗਾ। ਮਤਭੇਦ ਹੋਣੇ, ਕਿਸੇ ਗੱਲ ਦੇ ਨਾਲ ਨਾ ਸਹਿਮਤ ਹੋਣਾ, ਇਹ ਵੱਖਰਾ ਵਿਸ਼ਾ ਹੈ। ਸਿੰਘ ਸਾਹਿਬ ਜਦੋਂ ਇਹ ਲੱਗੇ ਸੀ, ਅਸੀਂ ਸੋਚਦੇ ਸੀ ਵੀ ਪੜ੍ਹੇ ਲਿਖੇ ਨੇ, ਗਿਆਨੀ ਗੁਰਬਚਨ ਸਿੰਘ ਦਾ ਪੀਰੀਅਡ ਵੀ ਕੋਈ ਬਾਹਲਾ ਵਧੀਆ ਨਹੀਂ ਸੀ ਰਿਹਾ, ਸਰਸੇ ਵਾਲਾ ਪੀਰੀਅਡ ਵੀ ਉਹਨਾਂ ਦੀ ਹਾਜ਼ਰੀ 'ਚ ਲੱਗਿਆ ਹੋਇਆ ਸੀ, ਜਿਹੜਾ ਬਹੁਤ ਵੱਡਾ ਦੁਖਾਂਤ ਪਾਰਟੀ ਵਾਸਤੇ, ਸ਼੍ਰੋਮਣੀ ਅਕਾਲੀ ਦਲ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋ ਨਿਬੜਿਆ ਸੀ। ਇਹਨਾਂ ਨੂੰ ਇਹ ਸੋਚ ਸੀ ਵੀ ਮੈਂ ਅਕਾਲੀ ਫੂਲਾ ਸਿੰਘ ਵਾਲੇ ਕੰਮ ਕਰਾਂਗਾ। ਤਾਂ ਜਦੋਂ ਮੈਂ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦਾ ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਲਾਹੌਰ ਤੋਂ ਦਰਬਾਰ ਸਾਹਿਬ ਆਏ, ਉਹਨਾਂ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਕੱਪੜਾ ਵਿਛਾ ਦਿੱਤਾ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਬੈਠਣ ਵਾਸਤੇ।
ਅਕਾਲੀ ਫੂਲਾ ਸਿੰਘ ਜੀ ਉੱਥੇ ਸੀ, ਉਹਨਾਂ ਨੇ ਕੱਪੜਾ ਉਹਨਾਂ ਦੇ ਥੱਲਿਓਂ ਖਿੱਚ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ। ਉਹ ਕਹਿੰਦੇ ਜਿੱਥੇ ਲੋਕ ਬੈਠੇ ਉੱਥੇ ਤੂੰ ਬੈਠੇਗਾ। ਕਹਿੰਦੇ ਕੁਝ ਸਮੇਂ ਬਾਅਦ ਅਕਾਲੀ ਫੂਲਾ ਸਿੰਘ ਨੂੰ ਲਾਹੌਰ ਦਰਬਾਰ ਦੇ ਵਿੱਚ ਕੋਈ ਆਪਣੇ ਕੰਮ ਕਰਨ ਵਾਸਤੇ ਜਾਣਾ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਬਹੁਤ ਇੱਜ਼ਤ ਕਰਦੇ ਸੀ, ਉਹ ਰਾਜੇ ਅੱਜ ਦੇ ਰਾਜਿਆਂ ਵਰਗੇ ਨਹੀਂ ਸੀ। ਉਹਨਾਂ ਨੇ ਕਿਹਾ ਵੀ ਮੈਂ ਤੁਸੀਂ ਅਕਾਲੀ ਜੀ ਉਸ ਦਿਨ ਮੇਰੇ ਨਾਲ ਤੁਸੀਂ ਕੀ ਕੀਤੀ ਸੀ, ਅਤੇ ਅੱਜ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਜੇ ਤੂੰ ਦਰਬਾਰ ਸਾਹਿਬ ਆ ਕੇ ਰਣਜੀਤ ਸਿੰਘ ਉਹ ਕੁਛ ਕਰੇਗਾ ਮੈਂ ਫਿਰ ਤੇਰੇ ਨਾਲ ਇਹੀ ਕੁਛ ਕਰੂੰਗਾ, ਅੱਜ ਮੈਂ ਤੇਰੀ ਕਚਹਿਰੀਆਂ ਤੂੰ ਜੋ ਮਰਜ਼ੀ ਕਰ ਲੈ। ਉਹਨਾਂ ਨੇ ਕੀ ਕਰਨਾ ਸੀ, ਉਹਦਾ ਬਹੁਤ ਸਤਿਕਾਰ ਕਰਦੇ ਸੀ। ਉਹਨਾਂ ਨੇ ਲੋੜ ਪਈ ਉਹਨਾਂ ਨੇ ਆ ਕੇ ਕੋੜੇ ਵੀ ਖਾਧੇ। ਪਰ ਸਾਡੇ ਪਾਰਟੀ ਪ੍ਰਧਾਨ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬੇਅਦਬੀ ਹੋ ਗਈ, ਮਹਾਰਾਜ ਦੇ ਅੰਗ ਅੰਗ ਖਿਲਾਰ ਦਿੱਤੇ ਪਾੜ ਕੇ, ਸਾਡੇ ਪਾਰਟੀ ਪ੍ਰਧਾਨ ਨੇ ਉਹਦੀ ਮਾफ़ੀ ਮੰਗਣ ਵਾਸਤੇ ਜਲਾਓ ਕੀਤਾ ਵੀ ਸਾਰਿਆਂ ਨੂੰ ਉੱਥੇ ਲੈ ਕੇ ਇਕੱਠੇ ਕਰਕੇ ਵੜ ਗਿਆ ਵੀ ਅਸੀਂ ਆਪੇ ਹੀ ਮਾफ़ੀ ਮੰਗ ਲਈ, ਕਿਸੇ ਤੋਂ ਕੋਈ ਅਕਾਲ ਤਖ਼ਤ ਦੀ ਕੋਈ ਲੋੜ ਨਹੀਂ ਹੈ ਪੁੱਛਣ ਦੀ, ਕੋਈ ਪੇਸ਼ ਨਹੀਂ ਹੋਇਆ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਨੋਟਿਸ ਲਿਆ, ਆਪੇ ਹੀ ਜਾ ਕੇ ਜੁੱਤੀਆਂ ਝਾੜਦੇ ਰਹੇ। ਤੁਹਾਡੇ ਮੀਡੀਆ ਦੇ ਵਿੱਚ ਇਹ ਵੀ ਆਉਂਦਾ ਰਿਹਾ ਵੀ ਉਹਨਾਂ ਨੇ ਜਿਹੜੇ ਸੀ ਕਿਸੇ ਦੇ ਵਾਈਟ ਬੂਟਾਂ ਦੇ ਉੱਤੇ ਵੀ ਪਾਲਸ ਕਰ ਦਿੱਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਇਹੋ ਜਿਹੀਆਂ ਗੱਲਾਂ ਵੀ ਨੋਟ ਹੁੰਦੀਆਂ ਰਹੀਆਂ। ਉਹ ਜਿਹੜੀਆਂ ਜਾਲੀ ਮਾਫੀਆਂ ਮੰਗੀਆਂ ਸੀ, ਫਿਰ ਦੇਖੋ ਕੈਸਾ ਹੋ ਜਾਂਦਾ ਬੰਦੇ ਦਾ ਕਰਮ। ਸੱਚ ਮਨੁੱਖ ਦੇ ਮੂੰਹੋਂ ਮਹਾਰਾਜ ਕਹਿੰਦੇ ਨੇ ਜੋ ਜੀ ਹੋਏ ਸੋ ਗਵੈ ਮੂੰਹ ਕਾ ਕਿਹਾ ਬਾਓ। ਮਹਾਰਾਜ ਕਹਿੰਦੇ ਬੰਦਾ ਝੂਠ ਬੋਲਣ ਲੱਗਦਾ ਪਰ ਸੱਚੀ ਗੱਲ ਨਿਕਲ ਜਾਂਦੀ ਉਹਦੇ ਮੂੰਹ 'ਚੋਂ। ਆਪਾਂ ਆਪਣੀ ਜ਼ਿੰਦਗੀ ਦੈਨਿਕ ਜੀਵਨ ਦੇ ਵਿੱਚ ਵੀ ਦੇਖਦੇ ਹਾਂ। ਇਹਨਾਂ ਨੇ ਸਾਡੇ ਬਹੁਤ ਮਾਣਯੋਗ ਮੇਰੇ ਭੈਣਾਂ ਸਮਾਨ ਬੀਬਾ ਹਰਸਿਮਰਤ ਕੌਰ ਜੀ ਬਾਦਲ, ਉਹ ਦੇਖੋ ਕਿਵੇਂ ਲੋਕ ਨੂੰ ਰਾਮ ਖਿਲਾਉਣਾ ਜਾਣਾ ਵੀ ਪਰਮੇਸ਼ਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਖਿਲਾਉਣਾ ਜਾਣਦੇ ਨੇ। ਉੱਥੇ ਖੜ੍ਹ ਕੇ ਕਹਿੰਦੇ ਨੇ ਪ੍ਰਕਾਰਾਂ ਦੇ ਵਿੱਚ ਜਿਹਨੇ ਬੇਅਦਬੀ ਕਰਾਈ, ਜਿਹਨੇ ਬੇਅਦਬੀ 'ਤੇ ਰਾਜਨੀਤੀ ਕੀਤੀ ਉਹਨਾਂ ਦਾ ਕੱਖ ਨਾ ਰਹੇ। ਅਤੇ ਗੁਰੂ ਰਾਮਦਾਸ ਮਹਾਰਾਜ ਹਰ ਸਮੇਂ ਸਿੱਖ ਦੀ ਅਰਦਾਸ ਸੁਣਦੇ ਆ, ਉਹਨਾਂ ਦੀ ਉਹ ਅਰਦਾਸ ਸੁਣੀ ਅਤੇ ਇਸ ਵੇਲੇ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੂੰ ਕੱਖ ਨਹੀਂ ਹੋਇਆ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਅਸੀਂ ਹੁਣ ਵੀ ਡਟ ਕੇ ਖੜ੍ਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਅਤੇ ਉਹਨਾਂ ਦਾ ਕੱਖ ਨਹੀਂ ਰਿਹਾ। ਇਹ ਜਿਹੜੀ ਝੂਠ ਦੀ ਰਾਜਨੀਤੀ ਕਰਦੇ ਸੀ ਉਹਦੇ ਸਾਰੇ ਸਾਨੂੰ ਖਮਿਆਜੇ ਭੁਗਤਣੇ ਪੈ ਰਹੇ ਆ। ਮੈਂ ਸਿੰਘ ਸਾਹਿਬ ਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਨੂੰ ਬਿਲਕੁਲ ਕੰਡੈਮ ਕਰਦਾ। ਉਹਨਾਂ ਨੂੰ ਇਹ ਕਦੀ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਸੀ। ਇਹਨਾਂ ਨੇ ਸਰਸੇ ਵਾਲੇ ਦੀ ਮਦਦ ਵੀ ਲਈ, ਉਹ ਵੀ ਇਹਨਾਂ ਦੀ ਚਲੀ ਗਈ। ਬਾਬਾ ਹਰਨਾਮ ਸਿੰਘ ਧੁੰਮੇ ਨੇ ਵੀ ਬਹੁਤ ਵੱਡੇ ਇਕੱਠ ਕੀਤੇ, ਉਹਨਾਂ ਨੇ ਲੋਕਾਂ ਤੋਂ ਕਿੰਨੀ ਥੂ ਕਰਵਾਈ ਆ। ਉਹ ਐਡੀ ਵੱਡੀ ਸੰਸਥਾ ਦੇ ਮਾਲਕ ਨੇ, ਜਿਹੜੀ ਪੰਥ ਦੀ ਸਰਮੌਰ ਸੰਸਥਾ ਜਿਸ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਸੰਸਥਾ ਦੇ ਵਿੱਚ ਰਹਿ ਕੇ ਦਰਬਾਰ ਸਾਹਿਬ ਦੀ ਅਸਮਤ ਵਾਸਤੇ, ਦਰਬਾਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਹੈ। ਉਸ ਸੰਸਥਾ ਨੂੰ ਉਹ ਰੀਪ੍ਰਜੈਂਟ ਕਰਦੇ ਨੇ। ਉਹਨਾਂ ਨੇ ਵੀ, ਉਹਨਾਂ ਦੀ ਮੈਂ ਸਮਝਦਾ ਵੀ ਠੀਕ ਆ ਉਹ ਮਹਾਂਪੁਰਸ਼ ਹੈ। ਮੈਂ ਆਪਣੇ ਮੇਰੇ ਖਿਆਲ ਨੇ ਵੀ ਉਹਨਾਂ ਨੂੰ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਸੀ। ਕਿਸੇ ਸੰਤ ਦੇ ਮਗਰ ਵੋਟ ਨਹੀਂ ਪੈਂਦੀ, ਮੇਰਾ ਇਹ ਵੀ ਤਜਰਬਾ ਹੋ ਗਿਆ। ਅਕਾਲੀ ਦਲ ਨੇ ਵੀ ਇਹ ਸਾਰਾ ਕੁਛ ਹੰਢਾ ਲਿਆ, ਕਿਸੇ ਦੇ ਵੋਟ ਨਹੀਂ ਪੈਂਦੀ। ਪੰਜਾਬ ਦਾ ਵੋਟਰ ਆ ਜਿਹੜਾ ਇੰਨਾ ਜਾਗਰੂਕ ਹੋ ਗਿਆ, ਜਾਂ ਆਪਾਂ ਇਹ ਕਹਿ ਲਈਏ ਵੀ ਕਿਸਾਨ ਅੰਦੋਲਨ ਨੇ ਲੋਕ ਇੰਨੇ ਜ਼ਿਆਦਾ ਅਵੇਅਰ ਕਰ ਦਿੱਤੇ। ਅੱਜ ਹਰ ਇੱਕ ਬੰਦਾ ਸਾਥੋਂ ਜਵਾਬ ਲੈਂਦਾ, ਹਰ ਇੱਕ ਬੰਦਾ ਸਮਝਦਾ ਵੀ ਮੈਂ ਕਹਿਣਾ ਕੀ ਆ, ਮੇਰੇ ਮਨ ਦੇ ਵਿੱਚ ਕੀ ਹੈ। ਇਹਨਾਂ ਦੇ ਜਿਹੜੇ ਝੂਠ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਉਹਨਾਂ ਨੂੰ ਲੈ ਕੇ ਡੁੱਬ ਗਏ ਨੇ। ਸੋ ਮੇਰੀ ਤਾਂ ਇਹ ਬੇਨਤੀ ਹੈ ਉਹਨਾਂ ਨੂੰ, ਤੁਹਾਡੇ ਸਾਰੇ ਆ ਸੰਚਾਰ ਵਾਲੇ, ਤੁਸੀਂ ਬਹੁਤ ਵੱਡੀ ਗਿਣਤੀ ਸੱਜਣ ਬੈਠੇ ਹੋ, ਵੀ ਅੱਜ ਕੋਰ ਕਮੇਟੀ ਦੀ ਮੀਟਿੰਗ ਵੀ ਹੋ ਰਹੀ ਹੈ। ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਅਸਤੀਫੇ ਦਾ ਢਕਵੰਜ ਨਾ ਕਰਨ, ਕਿਉਂਕਿ ਕਈ ਵਾਰੀ ਅਸੀਂ ਬੰਦਿਆਂ ਨੂੰ ਤਿਆਰ ਕਰਕੇ ਲੈ ਜਾਂਦੇ ਹਾਂ ਵੀ ਮੈਂ ਅਸਤੀਫਾ ਦਿਓ, ਤੁਸੀਂ ਰੌਲਾ ਪਾ ਲਿਓ ਵੀ ਨਹੀਂ ਜੀ ਤੁਹਾਡੇ ਬਿਨਾਂ ਨਹੀਂ ਚੱਲਣਾ। ਇਹ ਐਸਾ ਵੀ ਅੱਜ ਵਾਪਰ ਸਕਦਾ ਹੈ। ਇਹ ਤਾਂ ਹੁਣ ਪਤਾ ਨਹੀਂ ਉੱਥੇ ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਹੋਊਗਾ। ਤੇ ਮੈਂ ਜ਼ਰੂਰ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਵੀ ਅਕਾਲੀ ਹਾਂ, ਕੋਈ ਇਹਨਾਂ ਦੇ ਪਿਓ ਦਾ ਨਹੀਂ ਖਰੀਦਿਆ ਹੋਇਆ ਅਕਾਲੀ ਦਲ। ਅਸੀਂ ਵੀ ਕੁਰਬਾਨੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਅਸੀਂ ਕੋਈ ਅਲਾਊਂਸ, ਕੋਈ ਅਸੀਂ TADA ਨਹੀਂ ਲੈਂਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ। ਅਸੀਂ ਆਪਣੀਆਂ ਕਾਰਾਂ ਦੇ ਵਿੱਚ ਆਪਣੇ ਤੇਲ ਦੇ ਨਾਲ ਸਾਰਾ ਦਿਨ ਘੁੰਮਦੇ ਹਾਂ, 20-50 ਹਜ਼ਾਰ ਰੁਪਈਆ ਅਸੀਂ ਮਹੀਨੇ ਦਾ ਖਰਚ ਕਰਦੇ ਹਾਂ। ਅਸੀਂ ਆਪਣੀਆਂ ਜਾਇਦਾਦਾਂ ਖਰਾਬ ਕੀਤੀਆਂ ਨੇ। ਇਹ ਲੋਕ ਨੇ ਯਾਰ ਜਿਨ੍ਹਾਂ ਨੇ ਕੋਈ ਆਮ ਘਰਾਂ ਤੋਂ ਸ਼ੁਰੂ ਹੋ ਕੇ ਕਰੋੜਾਂ ਅਰਬਾਂ ਰੁਪਏ ਦੀ ਪ੍ਰੋਪਰਟੀ ਇਹਨਾਂ ਨੇ ਬਣਾ ਲਈ ਹੈ ਜੀ, ਇਹਨਾਂ ਨੂੰ ਸੰਗ ਹੀ ਨਹੀਂ ਆਉਂਦੀ ਹੈ। ਇਹ ਖਹਿੜਾ ਹੀ ਨਹੀਂ ਛੱਡ ਰਹੇ ਪੰਥ ਦਾ। ਸੋ ਮੇਰੀ ਬੇਨਤੀ ਹੈ ਵੀ ਜਾਂ ਤਾਂ ਇਹ ਕੰਧ 'ਤੇ ਲਿਖਿਆ ਪੜ੍ਹ ਲਏ ਸਰਦਾਰ ਸੁਖਬੀਰ ਸਿੰਘ ਬਾਦਲ, ਆਪ ਪਰੇ ਹੋ ਜੇ। ਅਕਾਲੀ ਦਲ ਸਰਵਾਈਵ ਕਰੂਗਾ, ਇਹ ਨਹੀਂ ਹੈ ਵੀ ਅਕਾਲੀ ਦਲ ਕਿਤੇ ਚਲਾ ਜਾਊਗਾ। ਇਸ ਪੰਥਕ ਪਾਰਟੀ ਆ ਯਾਰ, ਪਰ ਅਕਾਲੀ ਦਲ ਦੇ ਜਿਹੜੇ ਇਹ ਨੇ ਬਾਦਲ ਪਰਿਵਾਰ ਹੈ। ਅੱਗੇ ਲੋਕ ਕਹਿੰਦੇ ਸੀ ਵੀ ਲੀਡਰ ਨਾਲ ਜਿਹੜੀ ਕੁਰਸੀ ਆ ਉਹ ਲਾਸ਼ 'ਤੇ ਡਾਉਂਦੇ ਆ। ਮੈਂ ਕੰਨ ਫੜ ਕੇ ਇਹ ਗੱਲ ਮਾफ़ੀ ਮੰਗ ਕੇ ਕਹਿੰਦਾ ਵੀ ਹੁਣ ਲੀਡਰਾਂ ਨੇ ਕੁਰਸੀ, ਸਾਡੇ ਅਕਾਲੀ ਦਲ ਦੇ ਨੇ ਪ੍ਰਧਾਨ ਨੇ ਕੁਰਸੀ ਗੁਰੂ ਗ੍ਰੰਥ ਸਾਹਿਬ ਦੇ ਡਾਈ ਹੋਈ ਹੈ। ਇਹ ਲੋਕ ਉਹ ਇੰਨੇ ਮਾੜੇ ਹੋ ਚੁੱਕੇ ਨੇ। ਸੋ ਮੇਰੀ ਤਾਂ ਉਹਨਾਂ ਨੂੰ ਬੇਨਤੀ ਆ ਤੁਹਾਡੇ ਸਾਰਿਆਂ ਦੇ ਰਹੀ ਵੀ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਸਮਤ ਲਈ ਕੁਛ ਨਹੀਂ ਕਰ ਸਕੇ। ਉਹਨਾਂ ਨੇ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ। ਮੁਹੰਮਦ ਇਜ਼ਹਾਰ ਆਲਮ ਜਿਹੜਾ ਜਦੋਂ SSP ਬਤੌਰ SSP ਜਲੰਧਰ ਦੇ ਵਿੱਚ ਸੀ
ਤਾਂ ਉਹਨੇ ਆਲਮ ਸੈਨਾ ਬਣਾ ਕੇ ਸਿੱਖ ਬੱਚਿਆਂ ਦੇ ਜਿਹੜਾ ਸੀ ਕਤਲ ਕੀਤੇ, ਉਹਨਾਂ ਦੇ ਸ਼ਿਕਾਰ ਕੀਤੇ, ਉਹਨਾਂ ਦੇ ਖੂਨ ਦੇ ਨਾਲ ਖੇਡਿਆ। ਉਹ ਬੰਦੇ ਨੂੰ ਲਿਆ ਕੇ ਟਿਕਟ ਦੇ ਦਿੱਤੀ ਮਲੇਰਕੋਟਲੇ, ਹੁਣ ਉਹਨੂੰ ਛੱਡ ਦਿੱਤਾ, ਹੁਣ ਹੋਰ ਦੇ ਦਿੱਤੀ, ਫਿਰ ਹੋਰ ਦੇ ਦਿੱਤੀ ਕਿਸੇ ਨੂੰ, ਉਹ ਬੰਦੇ ਨੂੰ ਛੱਡ ਦਿੱਤਾ। ਸਮੇਧ ਸਿੰਘ ਸੈਣੀ, ਪੂਰੇ ਸਿੱਖ ਜਗਤ ਦੇ ਵਿੱਚ ਵਿਰੋਧ ਹੋਇਆ ਵੀ ਇਹਨੂੰ ਤੁਸੀਂ DGP ਨਾ ਲਾਓ, ਇਹਨੇ ਬੜਾ ਤਸ਼ੱਦਦ ਕੀਤਾ, ਇਹਨੇ ਬੜੇ ਸਿੱਖ ਬੱਚੇ ਮਾਰੇ ਨੇ। ਉਹ ਇਹਨਾਂ ਨੇ ਲਾ ਕੇ ਰੱਖਿਆ ਕਿਉਂਕਿ ਇਹਨਾਂ ਦਾ ਖਾਸਾ ਜਿਹੜਾ ਹੈ ਉਹ ਸਿੱਖ ਨਹੀਂ ਹੈ। ਪੰਥ ਦੀ ਦੁਹਾਈ ਪਾਉਣੀ, ਅਨੰਦਪੁਰ ਸਾਹਿਬ ਦੇ ਮਤੇ ਨੂੰ, ਜਿਹਦੇ ਵਿੱਚ ਲੱਖਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਕਿੰਨੇ ਲੋਕ ਉਹਦੇ ਵਿੱਚ ਸ਼ਹੀਦ ਹੋਏ, ਦਰਬਾਰ ਸਾਹਿਬ 'ਤੇ ਬਲੂ ਸਟਾਰ ਹੋ ਕੇ ਸਾਡੇ ਕਿੰਨੇ ਲੋਕ ਉੱਥੇ ਸ਼ਹੀਦ ਹੋ ਗਏ ਨੇ। ਉਹ ਅਨੰਦਪੁਰ ਦੇ ਮਤੇ ਦੀ ਅੱਜ ਅਸੀਂ ਕੋਈ ਗੱਲ, ਫੈਡਰਲ ਢਾਂਚੇ ਦੀ ਅੱਜ ਅਸੀਂ ਕੋਈ ਗੱਲ ਨਹੀਂ ਕਰਦੇ। ਸੋ ਇਹਨਾਂ ਨੂੰ, ਪਰਿਵਾਰ ਨੂੰ ਮੇਰੀ ਇਹ ਬੇਨਤੀ ਆ ਵੀ ਕਿਰਪਾ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਛੱਡੇ। ਅਤੇ ਜਿਹੜੇ ਲੋਕ ਕਹਿੰਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਐਂ ਹੋ ਗਿਆ ਜੀ, ਐਂ ਹੋ ਗਿਆ, ਅਕਾਲੀ ਦਲ ਨੂੰ ਸਿੰਘ ਸਾਹਿਬ ਕੁਛ ਨਹੀਂ ਹੋਇਆ, ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿੰਦ ਜਾਨ ਦੇਣ ਨੂੰ ਤਿਆਰ ਹਾਂ। 30 ਸਾਲ ਜਿਨ੍ਹਾਂ ਨੇ ਬੰਦਿਆਂ ਨੇ ਪਾਰਟੀ ਦੇ ਵਿੱਚ ਲਾਏ ਆ, ਸਾਨੂੰ ਕੌਣ ਚੱਲ ਰਹੂ, ਅਸੀਂ ਕਿਉਂ ਕਿਸੇ ਨਾਲ ਜਾਵਾਂਗੇ, ਅਸੀਂ ਆਪਦੀ ਪਾਰਟੀ ਵਾਸਤੇ ਮਰੇ ਹਾਂ, ਪਾਰਟੀ ਵਾਸਤੇ ਮਰਦੇ ਰਹਾਂਗੇ। ਸੋ ਇਹ ਮੇਰੀਆਂ ਬੇਨਤੀਆਂ ਨੇ ਜਿਹੜੀਆਂ ਤੁਸੀਂ ਕਿਰਪਾ ਕਰਕੇ ਜ਼ਰੂਰ, ਜਿੰਨੇ ਤੁਸੀਂ ਸੱਜਣ ਆਏ ਹੋ, ਤੁਸੀਂ, ਮੈਂ ਸਮਝਦਾ ਵੀ ਮੇਰੀ ਭਾਵਨਾ ਨੂੰ ਤੁਸੀਂ ਜ਼ਰੂਰ ਪਹੁੰਚਦਾ ਕਰੋਗੇ।